ਕਿਵੇਂ ਜੀ ਕਿਵੇਂ ਬੈਠੋ ਜੀ ਬਹਿ ਗਏ ਸਾਰੇ ਬਹਿ ਗਏ ਜੀ ਬਹਿ ਗਏ ਸਾਰੇ ਚਲੋ ਟੋਸਨ ਫੈਰੀ ਟਰਮੀਨਲ ਤੇ ਪ੍ਰਾਈਮੇਸ਼ੀ ਦੀ ਟੀਮ ਪਹੁੰਚ ਗਈ ਹੈ ਜੀ। ਫੈਰੀ ਦਾ ਇੰਤਜ਼ਾਰ ਕਰ ਰਹੇ ਆ। ਆ ਸਾਡਾ ਅੱਜ ਦੀ ਅਗਲੇ 4-5 ਦਿਨਾਂ ਦਾ ਸਾਡਾ ਸਾਥੀ ਸਾਡਾ ਮੋਟਰ ਹੋਮ ਤੇ ਪਿੱਛੇ ਲੰਬੀ ਲਾਈਨ ਅਪ ਜਿਹੜੀ ਲੱਗ ਚੁੱਕੀ ਆ। ਸਾਡੀ ਫੈਰੀ ਦਾ ਟਾਈਮ ਵੀ ਹੋ ਗਿਆ ਵਾ, ਅਨਾਉਂਸਮੈਂਟ ਹੋ ਚੁੱਕੀ ਆ। ਸੋ ਹੋਪਫੁਲੀ ਸਾਨੂੰ ਇਸ ਫੈਰੀ 'ਚ ਸਾਡੀ ਵਾਰੀ ਆ ਜਾਵੇ 10 ਵਜੇ ਵਾਲੀ 'ਚ, ਨਹੀਂ ਤਾਂ ਫਿਰ ਸਾਨੂੰ 2 ਘੰਟੇ ਹੋਰ ਜਿਹੜਾ ਵਾ ਵੇਟ ਕਰਨਾ ਪਊਗਾ। ਕਾਫੀ ਲੰਬੀ ਲਾਈਨਅਪ ਆ। ਸੋ ਲੈਟਸ ਹੋਪ ਫॉर द ਬੈਸਟ ਵੀ ਸਾਡੀ ਅੱਜ ਵਾਰੀ ਆਉਂਦੀ ਹੈ ਕਿ ਕਿਵੇਂ। ਫੈਰੀ ਦੇ ਅੰਦਰ ਆਪਾਂ ਪਹੁੰਚ ਚੁੱਕੇ ਹਾਂ। ਜਿਵੇਂ ਤੁਹਾਨੂੰ ਪਹਿਲਾਂ ਬਾਹਰੋਂ ਦੱਸਿਆ ਸੀ ਕਿ ਆਪਾਂ ਅੰਦਰ ਜਾ ਰਹੇ ਹਾਂ ਕਿ ਹੁਣ ਆਪਾਂ ਫੈਰੀ ਦੇ ਅੰਦਰ ਪਹੁੰਚ ਚੁੱਕੇ ਹਾਂ। ਗੱਡੀਆਂ ਪਾਰਕ ਹੋ ਚੁੱਕੀਆਂ ਨੇ ਤੇ ਫੈਰੀ ਦਾ ਰੈਂਪ ਜਿਹੜਾ ਵਾ ਉੱਪਰ ਚੁੱਕ ਰਹੇ ਆ ਤੇ ਇਸ ਤੋਂ ਬਾਅਦ ਗੇਟ ਬੰਦ ਹੁੰਦਾ ਤੁਹਾਨੂੰ ਨਾਲ ਹੀ ਦਿਖਾ ਕੇ ਫਿਰ ਆਪਾਂ ਗੱਡੀ 'ਚੋਂ ਆਪਣਾ ਸਮਾਨ ਜੇ ਕੋਈ ਚਾਹੀਦਾ ਚੱਕ ਕੇ ਤੇ ਆਪਾਂ ਨਾਲ ਹੀ ਫੈਰੀ ਦੇ ਉੱਪਰ ਡੈਕ ਦੇ ਉੱਪਰ ਜਾਵਾਂਗੇ ਜੀ। ਇਹ ਫੈਰੀ ਦਾ ਗੇਟ ਬੰਦ ਹੋ ਰਿਹਾ ਜੀ ਹੁਣ। ਲਓ ਜੀ ਫੈਰੀ ਦਾ ਡੋਰ ਹੋ ਚੁੱਕਿਆ ਬੰਦ। ਗੱਡੀਆਂ ਮੈਂ ਤੁਹਾਨੂੰ ਦੂਰ ਤੱਕ ਦਿਖਾ ਦਿਆਂ। ਗੱਡੀਆਂ ਆਪਣੀਆਂ ਲੱਗ ਚੁੱਕੀਆਂ ਨੇ ਤੇ ਵੀ ਆਰ ਆਲਮੋਸਟ ਰੈਡੀ ਟੂ ਗੋ। ਪਈ ਆ ਇਧਰਲੇ ਪਾਸੇ ਜਿਹੜੇ ਬਹੁਤ ਵਧੀਆ ਯਾਨੀ ਕਿ ਏਡੇ ਵੱਡੇ ਸ਼ਿਪ 'ਚ ਮੈਂ ਪਹਿਲੀ ਵਾਰੀ ਸਫ਼ਰ ਕਰ ਰਿਹਾ ਜੀ। ਉੱਪਰ ਦੇ ਲਈ ਹਾਂਜੀ ਆ ਜਾਓ। ਲਓ ਜੀ ਉੱਪਰ ਕਈ ਮੰਜ਼ਲਾਂ ਚੜ੍ਹੀ ਆ ਰਹੇ ਆ।
ਕਰੇ ਵਾਲਾ ਮਾਰ ਕਿਆ ਚੱਕਰ ਆ ਜਾਓ ਬਾਹਰ ਦਿਖਾਈਏ ਤੁਹਾਨੂੰ ਆਓ ਜੀ ਪਹਿਲਾਂ ਬਾਹਰ ਹੀ ਦਿਖਾਈਏ ਲਓ ਜੀ ਕਿਵੇਂ WhatsApp ਕਿਵੇਂ ਲੱਗ ਰਿਹਾ ਅੱਜ ਤਾਂ ਐਂ ਲੱਗਦਾ ਕਿ ਸਲਤਨਤ ਸਾਰੀ ਆਪਣੀ ਆ ਕਿਉਂਕਿ ਜਹਾਜ਼ ਦੇ ਐਨ ਬਿਲਕੁਲ ਡੈਕ ਦੇ ਉੱਤੇ ਆਪਾਂ ਖੜੇ ਆ ਤੇ ਪਰ ਇੱਥੇ ਖੜੇ ਹੋ ਕੇ ਨਹੀਂ ਮਹਿਸੂਸ ਹੁੰਦਾ ਕਿ ਸੈਂਕੜੇ ਹੀ ਕਾਰਾਂ ਤੇ ਟਰੱਕ ਜਿਹੜੇ ਆਪਣੇ ਹੇਠ ਆ ਕਈ ਮੰਜ਼ਿਲਾਂ ਹੈ ਨਾ ਜੀ ਅੱਜ ਆਪਾਂ ਸਾਰਾ ਪਿੱਛੇ ਵੀ ਘੁਮਾ ਕੇ ਦਿਖਾਈਏ ਆਓ ਕੈਪਟਨ ਸਾਹਿਬ ਨੇ ਸੋ ਜਿਹੜੇ ਚਲਾ ਰਹੇ ਆ ਦੇਖੋ ਗੱਡੀਆਂ ਇੱਕ ਵਾਰੀ ਦਿਖਾਓ ਤੇ ਕਿੰਨੀਆਂ ਗੱਡੀਆਂ ਲਾਈਨ ਲੱਗੀਆਂ ਇਹਦੇ ਦੇਖੋ ਬਿਊਟੀ ਕੀ ਹੈ ਉਧਰੋਂ ਚੜੀ ਸੀ ਤਾਂ ਉਧਰ ਪਾਸੇ ਨੂੰ ਤੁਰ ਪੈਂਦਾ ਜੀ ਸਮੁੰਦਰੀ ਜਹਾਜ਼ ਦਾ ਇਹ ਪਾਸੇ ਚੱਕ ਲੱਗ ਜਾਣਾ ਆਹ ਕਾਰਾਂ ਨੇ ਬਿਲਕੁਲ ਇਸੇ ਤਰੀਕੇ ਨਾਲ ਰੈਂਪ ਤੇ ਉੱਤਰ ਜਾਣਾ ਇਹ ਪਾਸੋਂ ਜਦੋਂ ਰੈਂਪ ਤੋਂ ਚੜਾਉਣੀਆਂ ਨੇ ਇਹਨੂੰ ਚੜ੍ਹਨੀਆਂ ਤੇ ਫਿਰ ਕਾਰਾਂ ਨੂੰ ਇੱਧਰ ਨੂੰ ਹੋ ਤੇ ਫਿਰ ਇਹਨੇ ਦੂਜੇ ਪਾਸੇ ਨੂੰ ਤੁਰ ਪੈਣਾ ਇਹਦਾ ਨਹੀਂ ਪੁੱਠਾ ਸਿੱਧਾ ਪਾਸਾ ਕੋਈ ਨਹੀਂ ਦੋਵੇਂ ਪਾਸੇ ਨੂੰ ਫੈਰੀ ਤੁਰ ਪੈਂਦੀ ਹੈ ਦੋਵੇਂ ਪਾਸੇ ਨੂੰ ਸ਼ਿਪ ਤੁਰ ਪੈਂਦਾ ਇਸੇ ਕਰਕੇ ਹੁਣ ਇੱਧਰ ਨੂੰ ਕਾਰਾਂ ਖੜੀਆਂ ਨੇ ਜਦੋਂ ਉੱਥੋਂ ਰੈਂਪ ਤੋਂ ਚੜ੍ਹਨਗੇ ਤੇ ਫਿਰ ਦੂਸਰੇ ਪਾਸੇ ਨੂੰ ਹੋਣਗੀਆਂ ਜਦੋਂ ਵੈਨਕੂਵਰ ਜਾਂ ਟਵਾਸਨ ਤੇ ਆ ਕੇ ਲੱਗੇਗੀ ਇਹ ਤੇ ਫਿਰ ਕਾਰਾਂ ਦਾ ਦੂਸਰੇ ਪਾਸੇ ਨੂੰ ਹੋਣਾ ਆਪਾਂ ਇਸ ਤੋਂ ਥੱਲੇ ਇੱਕ ਫਲੋਰ ਆ ਉਹ ਵੀ ਦਿਖਾਈਏ ਤੁਹਾਨੂੰ ਡੈਕ ਨੰਬਰ 2 ਆਹ ਦੇਖੋ ਕਿੱਡੇ ਕਿੱਡੇ ਟਰੱਕ ਖੜੇ ਦੇਖਿਆ ਜੀ ਆਹ ਲੋ ਕਿੰਨਾ ਉੱਚਾ ਇਹਦੀ ਹਾਈਟ ਕਿੰਨੀ ਉੱਚੀ ਆ
ਹਾਈਡ੍ਰੋਲਿਕ ਦਰਵਾਜ਼ਾ ਜੀ, ਇਹ ਹਾਈਡ੍ਰੋਲਿਕ। टोपी उड़ चली टोपी आ जाओ। आ बाहरला डेक आ देख लो किन्नियां लेना भाजी इस वेले? 2 3 4 दो इधर मतलब 5 लेना या 5 तो भी 2 तो आ हो गई विचकार 4 होनी है कि किन्नियां भाजी? हाँ और 2 सेंटर 2 पर 4 6 इधे लग 2 4 6 नहीं परले पासे भी है बरांडा, ਬਰਾਂਡੇ 'ਚ ਫਿਰ 2 ਆਹੋ ਜਿਹੜੇ ਆਪਾਂ ਦੇਖ ਕੇ ਆਏ ਸੀਗੇ। ਸੋ ਆਹ ਦੇਖੋ ਜੀ, ਇਹ ਬਾਹਰਲਾ ਬਰਾਂਡਾ ਹੈ, ਦੇਖੋ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਵੱਡਾ ਆ। ਸੋ 2 ਲਾਈਨਾਂ ਆਹ ਇਹ ਵੀ ਉੱਚੇ ਵੱਡੇ ਟਰੱਕ ਆ ਸਕਦੇ ਇੱਥੇ। ਡੈਕ ਉਹ ਦੇਖੋ, ਲਓ ਜੀ। ਉਹ ਸਾਈਕਲ ਟੰਗਣ ਦਾ ਸੌਖਾ ਤਰੀਕਾ ਨਾ ਭਾਜੀ। मतलब ਜਿਹੜੀ ਪਰ ਰੈਕ ਪਾਉਣੇ ਉਹਦੇ ਨਾਲ ਇਹ ਠੀਕ ਰਹਿੰਦਾ। ਹਾਂ ਇਹ ਵੀ ਸਾਈਕਲ ਵੀ ਸੇਫ ਆ ਔਰ ਪਲੱਸ ਇਹਨਾਂ ਤੁਸੀਂ ਟ੍ਰੇਲਰ ਵੀ ਪਾ ਸਕਦੇ ਹੋ। ਆਹ ਦੇਖੋ ਆ ਵੀ ਆਰਬੀ ਹੈ ਭਾਜੀ, ਆ ਛੋਟਾ ਆਰਬੀ ਹੈ ਨਾ, ਇਹ ਖੁੱਲ ਜਾਂਦਾ ਉੱਪਰ ਨਾਈਸ। ਆ ਕਨੂ ਵੀ ਉੱਪਰ ਰੱਖੇ ਹੋ। ਇਹ ਸੌਖਾ ਛੋਟੇ ਟਰੱਕ ਮਗਰੇ ਪੈ ਜਾਂਦਾ। ਵੈਰੀ ਗੁੱਡ। ਆ ਦੇਖੋ ਜੀ, ਆ BC ਫੈਰੀ ਦੀ ਆਪਣਾ ਕਾਰਗੋ। ਆ ਦੇਖੋ ਜੀ, ਆਪਾਂ ਗਿਣਦੇ ਸੀ ਨਾ 2 ਲਾਈਨਾਂ ਆਹ ਭਾਜੀ, ਆ ਵੱਡੇ ਟਰੱਕ। 2 ਇਹ ਨਹੀਂ 3 ਭਾਜੀ, 3 ਨੇ 3 3 ਇਹ ਵੱਡੇ ਆ। ਇੱਧਰ ਆਇਆ ਸਾਨੂੰ ਦਿਖਾ ਦਿਓ। ਕਿਵੇਂ ਜੀ ਕਿਵੇਂ ਬੈਠੋ ਜੀ ਬਹਿ ਗਏ ਸਾਰੇ ਬਹਿ ਗਏ ਬਹਿ ਗਏ ਸਾਰੇ ਚਲੋ ਜੀ ਆਜੋ ਲਓ ਜੀ ਫਿਰ ਗੱਡੀ ਖੜੀ ਗੱਡੀ ਸਾਡੀ ਲਓ ਜੀ ਵੀਰ ਜੀ ਕਿਵੇਂ ਲੱਗ ਰਿਹਾ ਜੀ ਸਾਰਾ ਲਾਈਟ ਲਾ ਲੈਂਦੇ ਚੰਗਾ ਸੀ ਹਾਂ ਯਸ ਨੇ ਲਾਈਟ ਆ ਹੈਗੀ ਆ ਦੇਖੋ ਜੀ ਕਿਵੇਂ ਭਾਈ ਸਾਹਿਬ
ਆਖਰਕਾਰ 2 ਘੰਟਿਆਂ ਦੇ ਲੰਬੇ ਚੌੜੇ ਸਫ਼ਰ ਤੋਂ ਬਾਅਦ ਠੀਕ ਹੈਗੀ ਪਾਣੀਆਂ ਦੇ ਵਿੱਚ ਦੀ ਹੁੰਦੇ ਹੁੰਦੇ ਅਸੀਂ ਨਨੈਮੋ ਡੌਕ ਤੇ ਲਗਭਗ ਲੱਗ ਚੁੱਕੀ ਹੈ ਜੀ ਫੈਰੀ। ਹਾਂਜੀ ਬਿਲਕੁਲ ਬਹੁਤ ਵਧੀਆ ਰਾਤ ਕਿਵੇਂ ਕਿੱਦਾਂ? ਬਹੁਤ ਵਧੀਆ ਜੀ ਹਾਂਜੀ ਬਹੁਤ ਸੋਹਣਾ ਸੀਗਾ ਰਾਸਤੇ ਤੁਸੀਂ ਦੇਖਿਆ ਸੀ ਜੀ ਬਹੁਤ ਸੋਹਣਾ ਮਤਲਬ 2 ਰੰਗ ਸੀਗੇ ਸਮੁੰਦਰ ਦੇ ਵਿੱਚ ਹੋਏ ਨੀਲੇ ਤੋਂ ਹਰਾ। ਅੱਜ 3 ਰੰਗ ਦੇਖੇ ਗਏ ਨੇ। ਹਾਂਜੀ ਅੱਜ ਇੱਕ ਤਾਂ ਫਰੇਜ਼ਰ ਇੱਥੇ ਵੀ ਪਾਣੀ ਅੱਗੇ ਵੈਸੇ ਹੀ ਜੋ ਇੱਕ ਪਾਸੇ ਹੋਰ ਰੰਗ ਦਾ ਹੁੰਦਾ, ਇੱਕ ਹੋਰ ਰੰਗ ਦਾ ਹੁੰਦਾ। ਜਿੱਥੋਂ ਆਪਣੀ ਫੈਰੀ ਤੁਰੀ ਆ ਨਾ ਉੱਥੇ ਫਰੇਜ਼ਰ ਰਿਵਰ ਨੇੜੇ ਆ, ਅੱਜ ਉੱਥੇ ਬਹੁਤ ਮੀਂਹ ਦਾ ਪਾਣੀ ਬਹੁਤ ਬਹੁਤ ਲੱਗ ਰਿਹਾ ਸੀ, ਪਤਾ ਲੱਗ ਰਿਹਾ ਸੀ। ਤੇ ਮੀਂਹ ਦਾ ਪਾਣੀ ਬਹੁਤ ਐਡ ਹੋਇਆ ਅੱਜ। ਥੈਂਕ ਯੂ। ਸੋ ਨਨਾਈਮੋ ਆਪਾਂ ਪਹੁੰਚ ਚੁੱਕੇ ਹਾਂ ਫੈਰੀ ਤੇ। ਇੱਧਰ ਗੱਡੀਆਂ ਲਾਈਨਾਂ 'ਚ ਤਿਆਰ ਖੜੀਆਂ ਨੇ ਤਿਆਰ ਹੋ ਵਾਪਸ ਟਵਾਸਨ ਜਾਣ ਵਾਸਤੇ। ਇਹ ਟਵਾਸਨ ਵੀ ਜਾ ਸਕਦੀਆਂ ਹੈ, ਹੌਰਸ਼ੂ ਵੇ ਵੀ ਜਾ ਸਕਦੀਆਂ ਹੈ, Horseshoe Bay ਨਾਰਥ ਵੈਨਕੂਵਰ। ਓਕੇ ਇਹ ਦੋ ਹੈ ਠੀਕ ਹੈ। ਇਸ ਵੇਲੇ। ਲਓ ਜੀ ਆਪਾਂ ਪੋਰਟ ਐਲਬਰਨੀ ਸ਼ਹਿਰ ਪਹੁੰਚ ਚੁੱਕੇ ਹਾਂ। ਗੁਰਦੁਆਰਾ ਸਾਹਿਬ ਨੂੰ ਆਪਾਂ ਜਾ ਰਹੇ ਹਾਂ। 6 ਮਿੰਟ ਦੀ ਡਰਾਈਵ ਸਾਨੂੰ ਗੁਰਦੁਆਰਾ ਸਾਹਿਬ ਦੀ ਰਹਿ ਗਈ ਹੈ, ਜਿੱਥੋਂ ਆਪਾਂ ਅੱਜ ਦਾ ਪ੍ਰਾਈਮ ਫੋਕਸ ਲਾਈਵ ਕਰਾਂਗੇ। ਤੇ ਉਸ ਤੋਂ ਬਾਅਦ ਅਗਲੀ ਡੈਸਟੀਨੇਸ਼ਨ ਸਾਡੀ ਅੱਜ ਦੀ ਹੋਏਗੀ ਟਫਿਨੋ। ਬਹੁਤ ਸੋਹਣਾ ਛੋਟਾ ਜਿਹਾ ਸ਼ਹਿਰ ਹੈ, ਬਹੁਤ ਸਾਰੀਆਂ ਕੈਂਪ ਗਰਾਊਂਡਸ ਇੱਥੇ ਨੇ। ਪਿੱਛੇ ਅਸੀਂ ਜਿੰਨੀਆਂ ਵੀ ਕੈਂਪ ਗਰਾਊਂਡਸ ਦੇਖਦੇ ਆਂ ਸਾਰੀਆਂ ਹੀ ਆਲਮੋਸਟ ਗੱਡੀਆਂ ਲੱਗੀਆਂ ਸੀਗੀਆਂ, ਭਰੀਆਂ ਸੀਗੀਆਂ। ਕੱਲ ਆਪਾਂ ਜਦੋਂ ਬੁਕਿੰਗ ਕਰਨ ਵਾਸਤੇ ਵੀ ਦੇਖਦੇ ਸੀਗੇ ਤੇ ਕੋਈ ਸਾਨੂੰ ਵਿਰਲੀ ਸੀਗੀ ਜਿੱਥੇ ਜਗ੍ਹਾ ਮਿਲਦੀ ਸੀ। ਇੰਨਾ ਬਿਜ਼ੀ ਟਾਈਮ ਆ ਕਿਉਂਕਿ ਕੈਨੇਡਾ ਡੇ ਕਰਕੇ ਅੱਜ ਤੋਂ ਹੀ ਲੋਕੀ ਵੈਡਨਸਡੇ ਤੋਂ ਵੀਕਐਂਡ ਤੱਕ ਹੀ ਵਰਕਿੰਗ ਕਰ ਰਹੇ ਆ। ਸੋ ਆਲਮੋਸਟ ਕੈਂਪ ਗਰਾਊਂਡਸ ਜਿਹੜੀਆਂ ਫਿਰ ਸੀਗੀਆਂ। 5 ਮਿੰਟ ਗੁਰਦੁਆਰਾ ਸਾਹਿਬ ਤੋਂ ਆਪਾਂ ਦੂਰ ਰਹਿ ਗਏ ਹਾਂ, ਪੋਰਟ ਐਲਬਰਨੀ ਸ਼ਹਿਰ ਦੇ। ਲਓ ਜੀ ਪੋਰਟ ਐਲਬਰਨੀ ਦੇ ਆਪਾਂ ਸ਼ਹਿਰ 'ਚ ਜਿਵੇਂ ਤੁਹਾਨੂੰ ਦੱਸਿਆ ਅਸੀਂ ਪਹੁੰਚ ਚੁੱਕੇ ਹਾਂ। ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਨਿਸ਼ਾਨ ਝੂਲਦੇ ਸਾਨੂੰ ਦੂਰੋਂ ਲੱਭ ਗਏ ਸੀਗੇ ਤੇ ਆਪਾਂ ਆਲਮੋਸਟ ਇੱਥੇ ਪਹੁੰਚ ਗਏ ਹਾਂ। ਮੱਥਾ ਟੇਕਾਂਗੇ, ਦਰਸ਼ਨ ਮੇਲੇ ਕਰਾਂਗੇ, ਪ੍ਰਸ਼ਾਦਾ ਪਾਣੀ ਛਕਾਂਗੇ। ਲਓ ਜੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਗੁਰੂ ਨਾਨਕ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਪੋਰਟ ਐਲਬਰਨੀ। ਗੁਰੂ ਨਾਨਕ ਸਿੱਖ ਸੁਸਾਇਟੀ ਪੋਰਟ ਐਲਬਰਨੀ ਦਾ ਗੁਰਦੁਆਰਾ। ਆਓ ਜੀ ਆਪਾਂ ਹੁਣ ਅੰਦਰ ਵੀ ਚੱਲਦੇ ਹਾਂ।
ਸਾਡੇ ਸਾਰੇ ਮੈਂਬਰਸ ਆਪੋ ਆਪਣੇ ਪਲੇਟਫਾਰਮਾਂ ਤੇ ਲਾਈਵ ਹੋਏ ਨੇ। ਇੱਧਰ ਬੈਨੀਪਾਲ ਭਾਜੀ ਆਪਣੇ ਫੇਸਬੁੱਕ ਤੇ ਲਾਈਵ ਹੋਏ ਆ ਤੇ ਪੂਰਾ ਕੰਮ ਲਾਈਵ ਚੱਲ ਰਿਹਾ ਹੈ। ਮਤਲਬ ਪੂਰਾ ਕੰਮ ਪਕਿਆ ਪਿਆ ਹੈ ਇਸ time। ਤੇ ਇੱਧਰ ਭਾਜੀ ਪ੍ਰਾਈਮ ਏਸ਼ੀਆ ਤੋਂ ਲਾਈਵ ਹੋਏ ਆ ਤੇ ਜਸ਼ਨ ਆਪਣੇ ਇੰਸਟਾਗ੍ਰਾਮ ਤੋਂ ਲਾਈਵ ਹੋਇਆ। ਬੈਨੀਪਾਲ ਭਾਜੀ ਆਪਣੇ ਲਾਈਵ ਹੋਏ ਆ। ਸੋ ਹੋਰ ਜੀ WhatsApp ਤੁਹਾਡੇ ਲਈ ਪਹਿਲੀ ਵਾਰ ਸੀਗਾ ਜੀ, ਇਹ ਦੱਸੋ। ਨਹੀਂ ਤਜਰਬਾ ਸੱਚੀ ਨਵਾਂ ਸੀ। ਇੱਕ ਤਾਂ ਸ਼ਿਪ ਕਾਫੀ ਵੱਡਾ ਸੀ, ਹਾਂਜੀ ਦੂਸਰਾ ਉੱਪਰ ਮੈਨੂੰ ਲੱਗਦਾ ਨਹੀਂ ਸੀ ਕਿ ਸਪੀਡ ਇੰਨੀ ਹੋਊਗੀ, ਪਰ ਉੱਪਰ ਵਾਹਵਾ ਹਵਾ ਸੀ। 10-12 ਮਿੰਟ ਤੋਂ ਬਾਅਦ ਉੱਥੇ ਖੜੇ ਨਹੀਂ ਸੀ ਉਹ ਹੁੰਦਾ। ਠੀਕ ਹੈ ਜੀ। ਆਖਰੀ ਜਿਹੜੀ ਮੰਜ਼ਿਲ ਸੀ ਆਪਣੀ, ਤੇ ਉਹਦੇ ਤੋਂ ਵੀ ਚੰਗੀ ਗੱਲ ਇਹ ਰਹੀ ਆ ਕਿ ਰਾਹ ਦੇ ਵਿੱਚ ਅੱਜ ਕਈ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਲੱਕੜਾਂ ਜਿੱਦਾਂ ਆਪਣੇ ਵੱਢ ਕੇ ਅੱਗੇ ਛੱਪੜ 'ਚ ਸੜ ਦਿੰਦੇ ਹੁੰਦੇ ਸੀ ਵੱਡੇ ਵੱਡੇ ਮੋਛੇ, ਉੱਦਾਂ ਹਜ਼ਾਰਾਂ ਹੀ ਲੱਕੜਾਂ ਜਿਹੜੀਆਂ ਬੰਨ੍ਹ ਕੇ ਰੱਖੀਆਂ। ਤੇ ਬੈਨੀਪਾਲ ਸਾਹਿਬ ਕਹਿੰਦੇ ਕਿ ਇਹਨਾਂ ਨੂੰ ਇੱਕ ਕਿਸ਼ਤੀ ਜੀ ਜਿਹੜੀ ਹੈ ਉਹ ਖਿੱਚ ਕੇ ਇੱਕ ਥਾਂ ਦੂਜੀ ਥਾਂ ਲੈ ਜਾਂਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਪਾਣੀ ਦੇ ਰਾਹੀਂ ਇੱਕ ਦੂਸਰੇ ਥਾਂ ਤੋਂ ਲਿਜਾਣਾ ਉਹਨਾਂ ਨੂੰ ਬੜਾ ਸੁਖਾਲਾ ਰਹਿੰਦਾ। ਵੱਡੇ ਵੱਡੇ ਸ਼ਿਪ ਜਿਹੜੇ ਹੁੰਦੇ ਨੇ, ਤੁਸੀਂ ਕਈ ਵਾਰੀ ਦੇਖੋ ਤੇ ਅੱਗੇ ਛੋਟੀ ਜੀ ਲੱਗਦੀ ਹੁੰਦਾ ਤੁਹਾਨੂੰ ਬੋਟ ਨੂੰ, ਟੱਗ ਬੋਟ ਜੀ, ਟੱਗ ਬੋਟ, ਉਹਨੂੰ ਖਿੱਚ ਕੇ ਲੈ ਕੇ ਚਲੇ ਜਾਂਦੀ ਹੈ। ਕਿਉਂਕਿ ਪਾਣੀ ਦੇ ਵਿੱਚ ਹਮੇਸ਼ਾ ਹੀ ਇਸੇ ਕਰਕੇ ਕਹਿੰਦੇ ਨੇ ਕਿ ਜਿਹੜੀ ਖੁਸ਼ਕ ਹੈ ਕੋਈ ਮੁਲਕ ਹੈ ਜਿਹਦੇ ਕੋਈ ਬੰਦਰਗਾਹ ਨਹੀਂ ਲੱਗਦੀ, ਉਹਨੂੰ ਵਪਾਰ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਇਸੇ ਕਰਕੇ ਜਿਹੜੇ ਮੁਲਕ ਤਰੱਕੀ ਕਰਦੇ ਨੇ, ਵੱਡੇ ਵਪਾਰੀ ਬਣਦੇ ਨੇ ਜਾਂ ਵਪਾਰ ਚੰਗਾ ਕਰਦੇ ਆ, ਪਾਣੀਆਂ ਦੇ ਵਿੱਚ ਦੀ ਵਪਾਰ ਹਮੇਸ਼ਾ ਹੀ ਸਸਤਾ ਰਹੇ। ਨਹੀਂ ਦੇਖੋ, ਸਿੰਗਾਪੁਰ ਵਰਗਾ ਮੁਲਕ ਬੜਾ ਛੋਟਾ ਜਿਹਾ ਹੈ, ਪਰ ਉਹਨੇ ਜਿਹੜਾ ਸਮੁੰਦਰੀ ਵਪਾਰ ਰਸਤਾ ਲੰਘਾ ਇਦਾਂ ਦਾ ਬਣਾ ਲਿਆ ਕਿ ਕਮਾਲ ਕਰਤੀ। ਬਾਕੀ ਸੋਹਣਾ ਹੈ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲਗਾਤਾਰ ਹੁਣ ਦਿਖਾਉਂਦੇ ਆ ਕਿ ਇੱਥੋਂ ਦੀ ਖੂਬਸੂਰਤੀ ਜਿਹੜੀ ਕੀ ਹੈ, ਪੰਜਾਬੀਆਂ ਨੇ ਕੀ ਮੱਲਾਂ ਮਾਰੀਆਂ, ਪਹਿਲਾਂ ਕਿੱਥੇ ਆਏ, ਕਿੱਥੋਂ ਗਏ ਤੇ ਅੱਜ ਸਥਿਤੀ ਕੀ ਹੈ।